ਸਤਿ ਸ਼੍ਰੀ ਅਕਾਲ, ਮੈਂ ਜਸਪ੍ਰੀਤ। ਤੁਸੀਂ ਦੇਖ ਰਹੇ ਹੋ ਸਕਰੋਲ ਪੰਜਾਬ। ਤੁਸੀਂ ਦੇਖ ਸਕਦੇ ਕਿ ਸੰਘੂ ਬਾਰਡਰ ਦੀਆਂ ਤਸਵੀਰਾਂ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਪਿੱਛੇ ਦੇਖੋ ਪਿੱਛੇ ਕਿ ਜਿਹੜਾ ਸੰਘੂ ਬਾਰਡਰ ਤੇ ਇਸ ਸਮੇਂ ਤਿਆਰੀ ਚੱਲ ਰਹੀ ਹੈ, ਘਰ ਵਾਪਸੀ ਦੀ ਤਿਆਰੀ ਹੋਣ ਲੱਗੀ ਹੋਈ ਹੈ। ਜਿਹੜੇ ਬੜੇ ਜਦੋਂ ਆਏ ਸੀ, ਕਿਸਾਨ ਅੰਦੋਲਨ ਆਇਆ ਸੀਗਾ ਤਾਂ ਕਿਸ ਤਰੀਕੇ ਜਿਹੜਾ ਕਿਸਾਨ ਅੰਦੋਲਨ ਨੂੰ ਸਜਾਇਆ ਗਿਆ ਸੀਗਾ, ਅੱਜ ਉਸੇ ਕਿਸਾਨ ਅੰਦੋਲਨ ਦੀ ਘਰ ਵਾਪਸੀ ਹੋ ਰਹੀ ਹੈ। ਦੇਖ ਸਕਦੇ ਹੋ ਕਿ ਜਿਹੜੇ ਵੀਰ ਛੱਤਾਂ ਤੇ ਸਰਕੜਿਆਂ ਦੀਆਂ ਛੱਤਾਂ ਜਿਹੜੀਆਂ ਹੱਟਾਂ ਉਰੇ ਬਣਾਈਆਂ ਹੋਈਆਂ ਦਿਖਾਈ ਦੇ ਰਹੀਆਂ ਨੇ। ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਜਿੰਨੀ ਉਰੇ ਆਉਣ ਦੀ ਇੱਕ ਅੰਦਰ ਜਨੂਨ ਅੱਗ ਸੀ, ਅੱਜ ਉਨੀ ਜਾਣ ਦੀ ਘਰ ਵਾਪਸੀ ਖੁਸ਼ੀ ਵੀ ਹੈ। ਉੱਥੇ ਗਮ ਵੀ ਹੈ ਕਿ ਜਿਹੜੇ 700-750 ਕਿਸਾਨ ਸਾਡਾ ਭਰਾ ਸ਼ਹੀਦ ਹੋ ਗਿਆ, ਉਸ ਨੂੰ ਲੈ ਕੇ ਜਿਹੜਾ ਕਿਸਾਨ ਅੱਜ ਇੱਥੇ ਲੱਗੇ ਹੋਏ ਨੇ। ਅੱਜ ਉਹਨਾਂ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ। ਵੀਰ ਆਪਣਾ ਨਾਮ ਮੌਜੂਦ ਨੇ ਕਈ। ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਕੀ ਗੱਲ ਘਰ ਵਾਪਸੀ ਹੋ ਰਹੀ ਹੈ? ਹਾਂਜੀ ਹਾਂਜੀ ਜ਼ਰੂਰ ਜੀ। ਜਾ ਰਹੇ ਹੋ ਕੱਲ੍ਹ ਨੂੰ? ਕੱਲ੍ਹ ਨੂੰ ਹੀ, ਕੱਲ੍ਹ ਨੂੰ ਪੰਜਾਬ 'ਚ ਫਿਰ ਸਵਾਗਤ ਦਾ ਤੇ ਹੋ ਗਿਆ ਹੋਣਾ ਤੇ ਹੁਣ ਤੱਕ ਦਾ ਰੈਡੀ? ਹਾਂਜੀ, ਪੂਰਾ ਸਵਾਗਤ ਦਾ ਪੂਰਾ ਪ੍ਰਬੰਧ ਹੈ ਜੀ। ਪੂਰੀ ਆਪਾਂ ਸਾਨੂੰ ਸੁਖਤ ਨਾਲ ਜਾਊਂਗੇ ਇੱਥੋਂ। ਬਹੁਤ ਖੁਸ਼ ਹਾਂ। ਸੁਣਨ ਨੂੰ ਮਿਲ ਰਿਹਾ ਕਿ 49 ਸਾਲ ਹੋ ਗਏ ਐਮਐਸਪੀ ਨੂੰ, ਹਜੇ ਕੋਈ ਲਿਖਤੀ ਰੂਪ 'ਚ ਤਾਂ ਨਹੀਂ ਦਿੱਤਾ, ਪਰ ਫਿਰ ਵੀ ਆਪਾਂ ਅੰਦੋਲਨ ਲਿਆ ਰਹੇ ਸਰਕਾਰ ਦੇ ਭਰੋਸਾ ਬਣਾ ਕੇ ਜਾ ਰਹੇ ਆਪਾਂ। ਹਾਂਜੀ, ਭਰੋਸਾ ਤਾਂ ਬਣਾਉਂਗੇ ਜੀ। ਦੇਖੋ ਜੀ, ਉਹ ਸੰਯੁਕਤ ਮੋਰਚੇ ਨੇ ਜੋ ਵੀ ਫੈਸਲਾ ਕਰਿਆ ਆਪਾਂ ਉਹਦੇ ਅਕੋਰਡਿੰਗ ਚੱਲ ਰਹੇ ਹਾਂ ਜੀ। ਉਹ ਅੱਗੇ ਦਾ ਉਹ ਸਾਰਾ ਜਿਹੜੇ ਸਾਡੇ ਲੀਡਰ ਆ ਉਹ ਦੇਖਣਗੇ ਜੀ। ਬਈ ਇੱਕ ਨਾ ਆਪਣੇ ਕੁਝ ਭਰਾ, ਆਪਣੇ ਹਰਿਆਣੇ ਦੇ ਭਰਾ, ਕੁਝ ਪੰਜਾਬ ਦੇ ਭਰਾ ਰਲ ਕੇ ਉੱਥੇ ਐਮਐਸਪੀ ਨੂੰ ਲੈ ਕੇ ਬੈਠੇ ਹੋਏ ਨੇ ਤੇ ਸਵਾਮੀ ਜਿਹੜੇ ਉੱਥੇ ਬੈਠੇ ਹੋਏ ਨੇ ਉਹ ਇੱਕ ਰਿਪੋਰਟ ਨੂੰ ਲੈ ਕੇ ਇੱਕ ਜਿਹੜਾ ਲਿਖਤੀ ਰੂਪ ਦੇ ਵਿੱਚ ਮੰਗ ਨੂੰ ਮੰਗ ਰਹੇ ਨੇ। ਉਹਦੇ ਬਾਰੇ ਤੁਸੀਂ ਕੀ ਕਹੋਗੇ? ਬਾਈ ਦੇਖੋ ਜੀ, ਐਡਾ ਬੜਾ ਧਰਨਾ ਜੀ, ਹਰੇਕ ਬੰਦੇ ਦੀ ਵਿਚਾਰਧਾਰਾ ਆਪਣੀ ਆਪਣੀ ਹੁੰਦੀ ਹੈ। ਕਿਸੇ ਦੀ ਕੋਈ ਵਿਚਾਰਧਾਰਾ, ਕਿਸੇ ਦੀ ਕੋਈ। ਆਪਾਂ ਦੇਖੋ ਮੋਰਚੇ ਨਾਲ ਜੁੜੇ ਸੀ, ਮੋਰਚੇ ਪਿੱਛੇ ਲੜੇ ਵੀ ਹਾਂ ਆਪਾਂ। ਐਮਐਸਪੀ ਪਿੱਛੇ ਸਾਰੇ ਜੋ ਵੀ ਹੈ ਸੀਗਾ ਆਪਾਂ ਲੜੇ ਹਾਂ। ਹੁਣ ਜਿਵੇਂ ਵੀ ਮੋਰਚੇ ਦਾ ਐਲਾਨ ਹੋਇਆ ਆਪਾਂ ਉਹਦੇ ਅਕੋਰਡਿੰਗ ਚੱਲ ਰਹੇ ਹਾਂ ਜੀ। ਉਹਨਾਂ ਦੀ ਆਪਣੀ ਵਿਚਾਰਧਾਰਾ ਹੋਊਗੀ, ਜੋ ਵੀ ਇੱਥੇ ਕਰ ਰਹੇ ਆ ਪ੍ਰੋਪੋਗੰਡਾ ਆਪਣਾ। ਸਾਡੀ ਆਪਣੀ ਹੈ ਜੀ। ਆਪਾਂ ਜਿੱਦਾਂ ਆਏ ਸੀ ਉੱਦਾਂ ਪੰਜਾਬ ਹੀ ਰਹੇ ਜੀ। ਤਾਂ ਫਿਰ ਜਥੇਬੰਦੀਆਂ ਦਾ ਜਿਹੜਾ ਫੈਸਲਾ ਆਪਾਂ ਉਸ ਨੂੰ ਸਹੀ ਮੰਨ ਕੇ ਆਪਾਂ ਉਸ ਦੇ ਅਕੋਰਡਿੰਗ ਆਪਾਂ ਵਾਪਸ ਚੱਲੇ ਹਾਂ। ਹੁਣ ਲੱਗਦਾ ਕਿਤੇ ਦੁਬਾਰੇ ਜਿਹੜਾ ਸਰਕਾਰ ਨੇ ਕਿਹਾ ਕਿ ਅਸੀਂ ਐਲਾਨ ਕਰੇਗੀ, ਬਲਕਿ ਹਲੇ ਸੁਣਨ ਦੇ ਵਿੱਚ ਆਇਆ ਕਿ ਜਿਹੜੇ ਸਰਕਾਰ ਨੇ ਅਪੀਲ, ਜਿਹੜੀ ਸੈਂਟਰ ਗਵਰਨਮੈਂਟ ਹੈ ਉਹ ਰਾਜ ਗਵਰਨਮੈਂਟ ਨੂੰ ਅਪੀਲ ਕਰੇਗੀ, ਤਾਂ ਕੀਤਾ ਨਹੀਂ। ਆਪਾਂ ਭਰੋਸਾ ਕਰ ਸਕਦੇ ਹਾਂ ਇਸ ਚੀਜ਼ 'ਤੇ? ਨਹੀਂ ਕਰ ਸਕਦੇ, ਕਰੇਗੀ। ਜੇ ਕਹਿ ਰਹੀ ਤਾਂ ਕਰੇਗੀ, ਲਿਖਤੀ ਰੂਪ ਚ ਦੇ ਦੇਣਗੇ ਬਾਕੀ। ਪਰ ਜਿਹੜੀ ਸਰਕਾਰ ਆ ਸ਼ੁਰੂ ਤੋਂ ਕਹਿੰਦੀ ਤਾਂ ਕੁਛ ਹੁੰਦੀ ਹੈ ਪਰ ਕਰਦੀ ਕੁਛ ਹੁੰਦੀ ਹੈ, ਕਿਤੇ ਐਂ ਦਿਲ ਦੇ ਵਿੱਚ। ਹੁਣ ਸਾਡੇ ਜਥੇਬੰਦੀਆਂ ਨੇ ਫੈਸਲਾ ਲਿਆ, ਉਹਨਾਂ ਨੇ ਕੋਈ ਸੋਚ ਸਮਝ ਕੇ ਲਿਆ ਹੋਊਗਾ। ਜੇ ਕਰੂ ਨਾ ਕੁਛ ਲੱਗਦਾ ਹੋਊਗਾ ਵੀ ਕਰੂਗੀ ਤਾਂ ਹੀ ਉਹਨਾਂ ਨੇ ਹਾਂ ਕੀਤੀ ਹੈ, ਨਹੀਂ ਤਾਂ ਪਹਿਲਾਂ ਕਹਿ ਰਹੇ ਸੀ ਬੈਠਣ ਵਾਲੇ ਜਾਣਾ ਨਹੀਂ। ਜਥੇਬੰਦੀਆਂ ਦੇ ਲੀਡਰ ਹੈ ਜੀ, ਉਹ ਵੀ ਪੜ੍ਹੇ ਲਿਖੇ ਵਿੱਚ, ਕੋਈ ਐਵੇਂ ਦਾ ਆਗੂ ਨਹੀਂ ਹੈ ਵੀ ਕੋਈ ਅਨਪੜ੍ਹ ਹੀ। ਪੜ੍ਹੇ ਲਿਖੇ ਲੀਡਰ ਹੈ ਜੀ, ਸਾਡੇ ਨਾਲੋਂ ਵੱਧ ਉਮਰਾਂ ਦੇ ਹੈ ਉਹ। ਕੋਈ ਨਾ ਕੋਈ ਜੇ ਫੈਸਲੇ ਉਹਨੇ ਲਏ ਹੈ ਤਾਂ ਅਸੀਂ ਉਹਨਾਂ ਦੇ ਫੈਸਲੇ ਨੂੰ ਮਨਜ਼ੂਰ ਕਰਦੇ ਹਾਂ ਵੀ ਉਹਨਾਂ ਨੇ ਵਧੀਆ ਫੈਸਲੇ ਹੋਏ ਹੁਣ ਆਪਣੇ ਪੰਜਾਬ ਵਾਸਤੇ, ਆਪਣੀ ਖੇਤੀ ਵਾਸਤੇ, ਖੇਤੀ ਜਿਹੜੇ ਇੰਨੇ ਵੀ ਕਾਨੂੰਨ ਹੈ ਉਹਨਾਂ ਵਾਸਤੇ ਵੀ ਉਹਨਾਂ ਦੇ ਫੈਸਲੇ ਦਾ ਆਪਾਂ ਸਵਾਗਤ ਕਰਦੇ ਹਾਂ। ਉਹਨਾਂ ਦੇ ਅਕੋਰਡਿੰਗ ਆਪਾਂ ਚੱਲੂਗੇ ਜੀ। ਬਾਈ ਇਹ ਸਵਾਲ ਮੇਰਾ ਸਾਰਿਆਂ ਨੂੰ ਹੈ, ਲਗਾਤਾਰ 1.5 ਸਾਲ ਵਾਂਗੂ ਹੋ ਗਿਆ ਆਪਾਂ ਨੂੰ ਬੈਠੇ। 1 ਸਾਲ ਕੁਝ 32-13 ਦਿਨ ਤੋਂ ਕੁਝ ਤਕਰੀਬਨ ਹੋ ਗਏ ਆਪਾਂ ਨੂੰ ਹੁਣ ਬੈਠੇ ਰਹੇ। ਤਾਂ ਸਾਰੇ ਜਿਹੜੇ ਤੀਜ ਤਿਉਹਾਰ ਸੀ ਸਾਰੇ ਉਰੇ ਗੁਜਰੇ, ਉਹ ਸਾਰਿਆਂ ਦੇ ਫਿਰ ਹੁਣ ਜੀ ਲੱਗ ਗਿਆ, ਜਾਣ ਨੂੰ ਦਿਲ ਕਰਦਾ ਦਿੱਲੀ 'ਚੋਂ। ਹਾਂਜੀ, ਜੀ ਤਾਂ ਨਹੀਂ ਕਰਦਾ ਜਾਣੇ ਨੂੰ ਸਾਰਿਆਂ ਦਾ, ਲੇਕਿਨ ਹੁਣ ਆਪਣੇ ਘਰ ਤਾਂ ਜਾਣਾ ਹੀ ਪੈਣਾ। ਆਪਣੇ ਘਰ ਨੂੰ ਜਾਣੇ ਨੂੰ ਕਿਹਦਾ ਜੀ ਨਹੀਂ ਕਰਦਾ। ਪਰ ਇੱਥੇ ਵਧੀਆ ਮਾਹੌਲ ਵੀ ਫੈਮਿਲੀ ਹੈ ਨਾ ਜੀ। ਪਿੱਛੇ ਵੀ ਸਾਡੀ ਫੈਮਲੀਆਂ ਨੇ, ਜਿੰਨੇ ਕੁ ਦਿਨ ਸਾਡੇ ਕੋਲ ਗੁਜ਼ਾਰੇ ਸੀ ਇੱਥੇ ਲੜੇ। ਆਪਣੇ ਹੱਕਾਂ ਪਿੱਛੇ ਲੜਨਾ ਪੈਂਦਾ ਜੀ, ਕਿਉਂਕਿ ਉਹਦਾ ਲੜਾਈ ਜ਼ਰੂਰੀ ਸੀ। ਜੇ ਹੋ ਸਕਦਾ ਜੀ 2 ਸਾਲ ਚੱਲਦੀ ਆਪਾਂ ਲੜਦੇ ਜੀ। ਹੁਣ ਜਿੱਦੇ ਵੀ ਫੈਸਲਾ ਹੋਇਆ ਉਹਦੇ ਅਕੋਰਡਿੰਗ ਆਪਾਂ ਜਾ ਰਹੇ ਹਾਂ ਜੀ। ਠੀਕ ਹੈ। ਆਪਣੀ ਜਿਹੜੀ ਸੰਯੁਕਤ ਮੋਰਚੇ ਦੀ ਸਟੇਜ ਦੀ ਜਿਹੜੀ ਉਹ ਹੁਣ ਢਾਉਣ ਲੱਗੇ ਹੋਏ ਨੇ, ਇਹਨੂੰ ਪੱਟਣ ਲੱਗੇ ਹੋਏ ਨੇ। ਤਾਂ ਇੱਕ ਜੇ ਕਹਿ ਦਈਏ, ਜੇ ਵੱਜਦਾ ਵੇ ਸਰਕਾਰ ਨੇ ਕੋਈ ਇਹੋ ਜਿਹਾ ਐਕਸ਼ਨ ਲੈ ਲਿਆ ਤਾਂ ਆਪਾਂ ਨੂੰ ਫਿਰ ਦੁਬਾਰੇ ਸਟੇਜ ਲਾਉਣ ਵਾਸਤੇ ਕੋਈ ਲੱਗਦਾ? ਮੇਰੀ ਗੱਲ ਸੁਣੋ ਜੀ, ਜਦੋਂ ਸਰਕਾਰ ਨੂੰ ਤਾਂ ਪਹਿਲਾਂ ਵੀ ਨਹੀਂ ਪਤਾ ਤਾ ਜੀ ਵੀ ਇੱਦਾਂ ਬੈਠ ਜਾਣਗੇ। ਜੇ ਕੋਈ ਐਵੇਂ ਦਾ ਐਕਸ਼ਨ ਲਊਗੀ ਸਰਕਾਰ, ਆਣੇ ਨੂੰ ਟਾਈਮ ਨਹੀਂ ਲੱਗਣਾ ਜੀ। ਜੇ ਆਪਾਂ 3 ਘੰਟੇ ਇੱਥੇ ਜਾ ਸਕਦੇ, ਆਣੇ ਨੂੰ 3 ਘੰਟੇ ਹੀ ਲੱਗਣੇ ਆ। ਇੱਥੇ ਸਾਨੂੰ ਪਰਸੋਂ ਕਾਲ ਆਈ ਹੈ, ਅਸੀਂ ਰਾਤ ਜਦੀ ਟਰੈਕਟਰ ਬੰਨਿਆ ਆਪਣਾ ਤਿਆਰ ਕਰਕੇ ਰਾਤ ਇੱਥੇ ਆ ਜਾਊਂਗੇ, ਕੋਈ ਚੱਕਰ ਨਹੀਂ ਹੈ ਜੀ। ਜਿੱਦਣ ਦੁਬਾਰਾ ਕੋਈ ਦਿੱਕਤ ਆਊਗੀ ਫਿਰ ਪਰ ਹੁਣ ਆਉਂਗੇ ਇਸ ਤਰੀਕੇ ਨਾਲ, ਜੇ ਮੰਨ ਵੀ ਜਾਉਂਗੇ ਨਾ ਫਿਰ ਜਾਉਂਗੇ 5-7 ਸਾਲ ਵਾਸਤੇ। ਇੱਕ ਹੋਰ ਵੀ ਹੁਣ ਸਾਡੇ ਕੋਲ ਪ੍ਰਬੰਧ ਵੀ ਪੱਕੇ ਨੇ, ਸਮਾਨ ਸਾਡੇ ਕੋਲ ਰੈਡੀ ਹੈ, ਇਹ ਇੱਥੇ ਰੱਖ ਦੇਣਾ, ਜਦੋਂ ਦਿੱਕਤ ਆਈ ਜਦੀ ਵਾਪਸ। ਧੰਨਵਾਦ ਬਾਈ, ਧੰਨਵਾਦ, ਬਹੁਤ ਵਧੀਆ ਲੱਗਾ ਗੱਲਬਾਤ ਕਰਕੇ। ਸੋ ਇੱਥੇ ਜਿਹੜੇ ਕਿਸਾਨ ਸੀਗੇ ਸਾਰੇ, ਉਹ ਅੱਜ ਆਪਣੇ ਘਰ ਵਾਪਸੀ ਨੂੰ ਲੈ ਕੇ ਜਿਹੜਾ ਖੁਸ਼ੀ ਦਾ ਮਾਹੌਲ ਬਣਾ। ਆਪਾਂ ਹੋਰ ਕਿਸਾਨਾਂ ਨਾਲ ਵੀ ਗੱਲਬਾਤ ਕਰਕੇ ਦੇਖਾਂਗੇ ਕਿ ਆਖਿਰ ਕਿਸੇ ਦੇ ਕੀ ਸੋਚ ਵਿਚਾਰ ਹੈ। ਵੱਖ-ਵੱਖ ਸੋਚਾਂ ਦੇ ਜਿਹੜੇ ਅਦਾਰੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਹਰੀਆਂ ਪੱਗਾਂ, ਹਰੇ ਪਰਨੇ ਗਲਾਂ ਦੇ ਵਿੱਚ ਪਾ ਕੇ ਜਿਹੜੇ ਸਰੂਪੇ ਪਾ ਕੇ ਆਏ ਹੋ ਸੀ ਜਿਹੜੇ ਕਿਸਾਨ, ਅੱਜ ਘਰਾਂ ਦੀ ਵਾਪਸੀ ਨੂੰ ਲੈ ਕੇ ਉਹਨਾਂ ਨਾਲ ਗੱਲਬਾਤ ਕਰਾਂਗੇ। ਸਾਰੇ ਕਿਸਾਨ ਇੱਥੇ ਵੀ ਖੜੇ ਨੇ। ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ ਕੋਈ? ਹਾਂਜੀ ਹਾਂ ਠੀਕ ਹੈ। ਅੱਜ ਜਿਹੜਾ ਸਰਕਾਰ ਨੇ ਕੱਲ ਮੀਟਿੰਗ ਹੋਈ ਹੈ ਸਰਕਾਰ ਨਾਲ ਕਿਸਾਨ ਆਗੂਆਂ ਦੀ, ਉਸ ਮੀਟਿੰਗ ਨੂੰ ਲੈ ਕੇ ਅੱਜ ਸਾਰੇ ਕਿਸਾਨ ਆਪੋ ਆਪਣੇ ਘਰ ਨੂੰ ਵਾਪਸੀ ਰਵਾਨਗੀ ਦੇ ਲਈ ਤਿਆਰ ਨੇ। ਤੁਸੀਂ ਉਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਜੋ ਸਾਡੇ
ਸੰਯੁਕਤ ਮੋਰਚੇ ਦੇ ਆਗੂ ਸਾਹਿਬਾਨਾਂ ਨੇ ਫੈਸਲਾ ਲਿਆ, ਅਸੀਂ ਉਹਨੂੰ ਮੁੱਖ ਰੱਖਦੇ ਹੋਏ ਅੱਜ ਘਰਾਂ ਨੂੰ ਵਾਪਸੀ ਕਰਨ ਲੱਗਿਆਂ ਜੀ ਸਵੇਰੇ 9 ਵਜੇ। ਤੇ ਕੁਝ ਸਮਾਨ ਅਸੀਂ ਪੈਕ ਕਰ ਲਿਆ, ਕੁਝ ਸਾਡਾ ਚੱਲ ਰਿਹਾ ਪੈਕਿੰਗ ਦਾ ਕੰਮ। ਤੇ ਇਸ ਦਿੱਲੀ ਨੂੰ ਅਸੀਂ ਦਿਲ ਵਿੱਚ ਯਾਦ ਰੱਖਾਂਗੇ, ਕਦੇ ਭੁੱਲਾਂਗੇ ਨਹੀਂ। ਜੋ ਸਾਨੂੰ ਇਸ ਨੇ ਡੂੰਘੇ ਜ਼ਖਮ ਦਿੱਤੇ, ਜਿੱਥੇ ਸਾਡੇ 700 ਤੋਂ ਉੱਪਰ ਕਿਸਾਨ, ਬਜ਼ੁਰਗ, ਸਾਡੇ ਬੱਚੇ ਸ਼ਹੀਦ ਹੋ ਗਏ, ਉਹਨਾਂ ਦਾ ਦਰਦ ਵੀ ਅੱਜ ਅਸੀਂ ਇਸ ਦਿਲ ਦੇ ਵਿੱਚ ਲੈ ਕੇ ਇੱਥੋਂ ਵਿਦਾ ਹੋ ਰਹੇ ਹਾਂ। ਇੱਕ ਵਾਰ ਜਿਹੜੇ ਜ਼ਖਮ ਦਰਦ ਨੇ ਇਹ ਸ਼ੁਰੂ ਤੋਂ ਦਿੱਲੀ ਸਰਕਾਰ ਵੱਲੋਂ ਪਹਿਲੇ ਦਿਨ ਹੀ ਸਾਨੂੰ ਦਿੱਤੇ ਜਾਂਦੇ ਨੇ, ਹੁਣ ਇੱਕ ਵਾਰ ਫੇਰ ਤੋਂ 750 ਕਿਸਾਨ ਦਾ ਜਿਹੜਾ ਦੁੱਖ ਦਰਦ ਤਕਲੀਫਾਂ ਸ਼ਾਇਦ ਆਪਾਂ ਜਿਹੜੇ ਕਿਸਾਨ ਲੋਕ ਉਹੀ ਸਮਝ ਸਕਦੇ ਨੇ, ਉਸ ਬਾਰੇ ਕੀ ਕਹਿਣਾ ਚਾਹੋਗੇ ਕਿ ਇੱਕ ਵਾਰ ਆਪਾਂ ਫੇਰ ਤੋਂ ਭਰੋਸਾ ਕਰਨ ਜਾ ਰਹੇ ਹਾਂ ਕਿ ਸਰਕਾਰ ਆਪਣੀਆਂ ਉਮੀਦਾਂ ਤੇ ਖਰੀ ਉਤਰੂਗੀ? ਦੇਖੋ, ਸਾਡੇ ਜੋ ਆਗੂ ਨੇ ਬੜੇ ਸੂਝਵਾਨ ਨੇ, ਉਹ ਬਹੁਤ ਸੋਚ ਸਮਝ ਕੇ ਜੋ ਇਹ ਸੰਘਰਸ਼ ਲੜਿਆ, ਉਹਨਾਂ ਨੇ ਇੱਕ ਰਣਨੀਤੀ ਦੇ ਤਹਿਤ ਇਸ ਸਰਕਾਰ ਦੀ ਗੋਡਣੀ ਲਵਾਈ। ਜੋ ਸਾਡੀਆਂ ਮੰਗਾਂ ਸੀ ਉਹ ਪ੍ਰਵਾਨ ਕਰਵਾਈਆਂ। ਸਾਨੂੰ ਉਹਨਾਂ ਤੇ ਪੂਰਾ ਭਰੋਸਾ ਹੈ, ਰੱਬ ਜਿੰਨਾ ਭਰੋਸਾ ਹੈ ਵੀ ਸਾਡੇ ਆਗੂਆਂ ਨੇ ਜੋ ਵੀ ਫੈਸਲਾ ਲਿਆ ਹੈ ਸਾਡੇ ਚੰਗੇ ਲਈ ਹੀ ਲਿਆ ਹੈ, ਨਾ ਕਿ ਸਾਡੇ ਕਿਸੇ ਮਾੜੇ ਲਈ ਲਿਆ ਹੋਣਾ। ਤੇ ਗੱਲ ਕੀਤੀ ਜਾਵੇ ਜੇ, ਕਿਉਂਕਿ ਜਿਹੜਾ ਗਵਰਨਮੈਂਟ ਦਾ ਜਿਹੜਾ ਅਪੀਲ ਆਈ ਹੈ, ਉਹਨਾਂ ਨੇ ਕਿਹਾ ਕਿ ਅਸੀਂ ਜਿਹੜੀ ਚਿੱਠੀ ਆਈ ਹੈ ਉਸ ਦੇ ਵਿੱਚ ਆਇਆ ਕਿ ਅਸੀਂ ਜਿਹੜੀ ਰਾਜ ਸਰਕਾਰ ਨੂੰ ਅਪੀਲ ਕਰਾਂਗੇ, ਨਾ ਕਿ ਹਜੇ ਤੱਕ ਉਹਨਾਂ ਨੇ ਕੀਤਾ, ਉਹ ਅਪੀਲ ਕਰਨਗੇ। ਤੁਹਾਨੂੰ ਲੱਗਦਾ ਕਿ ਜਿਹੜੇ ਪਰਾਲੀ ਦੇ ਪਰਚੇ ਨੇ ਜਾਂ ਫਿਰ ਉਰੇ ਜਿਹੜੇ ਕਿਸਾਨ ਆਗੂਆਂ ਤੇ ਜਾਂ ਕਿਸਾਨਾਂ ਤੇ ਪਰਚੇ ਪਏ ਨੇ, ਉਹਨੂੰ ਬਾਈ ਜੀ ਸਰਕਾਰ ਆਪਣੀ ਜਿਹੜੀ ਮੱਦੇ ਨਜ਼ਰ ਰੱਖਦੇ ਹੋਏ ਰੱਦ ਕਰ ਦੂਗੀ? ਇਹਦਾ ਦੇਖੋ, ਇਹ ਜੋ ਸਰਕਾਰ ਨੇ ਵੀ ਜੋ ਕਿਹਾ ਵੀ ਅਪੀਲ ਕਰੀ ਆ, ਅਸੀਂ ਵੀ ਕੋਈ ਮੋਰਚਾ ਖਤਮ ਨਹੀਂ ਕਰਿਆ ਹੈ। ਉਹਦੇ ਹੱਥ 'ਚ ਤਾਂ ਲਿਖਣ ਦੇ ਹੈ ਸੀ ਨਾ, ਲਿਖ ਕੇ ਦੇ ਸਕਦੀ ਸੀ। ਨਹੀਂ ਦੇ ਸਕਦੇ ਸੀ, ਜੇ ਅਸੀਂ ਭਰੋਸਾ ਕਰਿਆ ਤਾਂ ਅਸੀਂ ਵੀ ਮੋਰਚਾ ਜੇ ਸਥਗਿਤ ਕਰ ਰਹੇ ਹਾਂ, ਕੋਈ ਖਤਮ ਨਹੀਂ ਕਰ ਰਹੇ। ਜੇ ਸਰਕਾਰ ਨੇ ਜੋ ਵਾਅਦੇ ਕਰੇ ਨੇ ਉਹਨਾਂ ਤੇ ਪੂਰਾ ਨਹੀਂ ਉਤਰੂ, ਇਹ ਫਿਰ ਕਿਹੜਾ ਸੀ ਮੋਰਚਾ ਬੰਦ ਕਰ ਦਿੱਤਾ, ਕੋਈ ਖਤਮ ਹੋ ਗਿਆ? ਇਹ ਤਾਂ ਸਾਡਾ ਸੰਘਰਸ਼ ਲੜਦੇ ਰਹਾਂਗੇ। ਇੱਥੋਂ ਵੀ ਜੋ ਸਾਡੇ ਕਿਸਾਨ ਭਰਾ ਵੀਰ ਸ਼ਹੀਦ ਹੋਏ ਨੇ, ਉਹਨਾਂ ਦੀ ਵੀ ਲੜਾਈ ਹੁਣ ਅਸੀਂ ਧਰਤੀ ਤੇ ਜਾ ਕੇ ਲੜਾਂਗੇ। ਅਸੀਂ ਕੋਈ ਘਰਾਂ 'ਚ ਜਾ ਕੇ ਹੁਣ ਸ਼ਾਂਤੀ ਨਾਲ ਥੋੜੀ ਬੈਠਣਾ। ਸਾਡਾ ਤਾਂ ਕੰਮ ਹੀ ਸੰਘਰਸ਼ ਲੜਨਾ ਹੈ। ਸਾਨੂੰ ਇੱਥੇ ਚਾਹੇ ਪਰਜੀਵੀ ਦੱਸਿਆ ਗਿਆ, ਕੁਝ ਵੀ ਕਿਹਾ ਗਿਆ, ਅੱਜ ਤੱਕ ਜੋ ਵੀ ਮੰਗਾਂ ਨੇ ਅਸੀਂ ਲੜ ਕੇ ਲਈਆਂ ਨੇ, ਲੜ ਕੇ ਲਵਾਂਗੇ। ਸਰਕਾਰ ਤੋਂ ਕੋਈ ਅਸੀਂ ਗਲਤ ਮੰਗਦੇ ਹੋਈਏ, ਕਿਸੇ ਕਿਸਮ ਦਾ ਕੋਈ ਨਜਾਇਜ਼ ਸਾਡੀ ਮੰਗ ਹੋਵੇ, ਉਸ ਤੇ ਸਰਕਾਰ ਇਤਰਾਜ਼ ਕਰ ਸਕਦੀ ਆ। ਕੀ ਗੱਲ ਸਾਨੂੰ ਇਸ ਸਮਾਜ ਦੇ ਵਿੱਚ ਜਿਉਣ ਦਾ ਹੱਕ ਨਹੀਂ? ਸਾਡੇ ਬੱਚਿਆਂ ਨੂੰ ਕੋਈ ਚੰਗੇ ਭਵਿੱਖ ਦੀ ਅਸੀਂ ਆਸ ਨਹੀਂ ਕਰ ਸਕਦੇ? ਅਸੀਂ ਕੋਈ ਸਰਕਾਰ ਤੋਂ ਗਲਤ ਮੰਗ ਨਹੀਂ ਕਰੀ ਸੀ ਪਹਿਲੇ ਦਿਨ ਤੋਂ ਹੀ। ਜੋ ਸਾਡੀਆਂ ਮੰਗਾਂ ਜਾਇਜ਼ ਸੀ, ਇਸ ਲਈ ਹੀ ਸਰਕਾਰ ਨੂੰ ਮੰਨਣੀਆਂ ਪਈਆਂ, ਸਾਡੇ ਆਗੂਆਂ ਦੀ ਅੱਗੇ ਝੁਕਣਾ ਪਿਆ। ਇਸ ਅੰਦੋਲਨ 'ਚ ਹਰਿਆਣੇ ਪੰਜਾਬ ਦਾ ਜਿਹੜਾ ਪਿਆਰ ਹੈ ਉਹ ਬਰਕਰਾਰ ਇੱਕ ਵਾਰ ਦੁਬਾਰ ਤੋਂ ਕਰ ਦਿੱਤਾ, ਪਰ ਇੱਕ ਕਿਸਾਨ ਵੀਰ ਨੇ ਜਿਹੜੇ ਹਰਿਆਣੇ ਦੇ ਨੇ, ਕੁਛ ਕੁ ਪੰਜਾਬ ਦੇ ਨੇ, ਉੱਥੇ MSP ਨੂੰ ਲੈ ਕੇ 5 ਦਿਨ ਤੋਂ ਭੁੱਖ ਹੜਤਾਲ ਤੇ ਬੈਠੇ ਨੇ। ਤਾਂ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕਿ ਉਹਨਾਂ ਕਿਹਾ ਜਾ ਰਿਹਾ ਕਿ ਸਾਨੂੰ ਲਿਖਤੀ ਰੂਪ ਦੇ ਵਿੱਚ ਦਿੱਤਾ ਜਾਵੇ ਤੇ ਜਿਹੜੇ ਕੋਈ ਪਰਚੇ ਨੇ ਉਹ ਰੱਦ ਕੀਤੇ ਜਾਣ, ਜਿਹੜੀਆਂ FIR ਸਾਡੇ ਦਰਜ ਕੀਤੀਆਂ ਨੇ, ਉਹਨਾਂ ਬਾਰੇ ਕੀ ਕਹੋਗੇ ਤੁਸੀਂ? ਦੇਖੋ, ਜਿਹੜੇ ਪਰਚੇ ਦਰਜ ਵਾਲੀ ਗੱਲ ਹੈ ਬਿਲਕੁਲ ਜਾਇਜ਼ ਨੇ, ਮੰਗਾਂ ਤਾਂ ਦੋਨੇ ਸਾਡੀਆਂ ਜਾਇਜ਼ੇ ਨੇ। ਪਰਚੇ ਦਰਜ ਤਾਂ ਇੱਕ ਸਰਕਾਰ ਨੇ ਐਲਾਨ ਹੀ ਕਰ ਦੇਣਾ, ਐਲਾਨ ਕਰਨ ਨਾਲ ਹੀ ਉਹ ਕੈਂਸਲ ਹੋ ਜਾਣੇ ਨੇ। ਇਹ ਤਾਂ ਕੋਈ ਬਹੁਤ ਹੀ ਵੱਡੀ ਮੰਗ ਨਹੀਂ ਹੈਗੀ। ਜੋ MSP ਦੀ ਆ ਸਾਡੀ ਕਮੇਟੀ ਜੋ ਸਥਗਿਤ ਹੋ ਗਈ ਆ, ਸਾਡੇ ਆਗੂ ਸਾਹਿਬਾਨ ਨੇ ਸਾਡੇ ਨਾਲ ਵਿਚਾਰ ਕਰਨਗੇ, ਅਸੀਂ ਉਹਨਾਂ ਨੂੰ ਸੁਝਾਅ ਦੇਵਾਂਗੇ, ਸਾਡੇ ਸੁਝਾਅ ਉਹ ਸਰਕਾਰ ਤੱਕ ਪਹੁੰਚਾਉਣਗੇ, ਜੋ ਸਾਡੇ ਫਾਇਦੇਮੰਦ ਹੋਊ ਉਹ ਅਸੀਂ ਫੈਸਲਾ ਲਵਾਂਗੇ। ਸੋ ਇਹ ਸੀ ਕਿਸਾਨ ਆਗੂ ਤੇ ਕਿਸਾਨਾਂ ਨਾਲ ਜਿਹਨਾਂ ਨਾਲ ਗੱਲਬਾਤ ਕਰਨ ਦੇ ਪਤਾ ਲੱਗਦਾ ਕਿ ਜੇ ਸਰਕਾਰ ਤੇ ਜਿਹੜਾ ਭਰੋਸਾ ਹੈ, ਜਥੇਬੰਦੀਆਂ ਦੇ ਭਰੋਸੇ ਨੂੰ ਲੈ ਕੇ ਜਿਹੜਾ ਵੀ ਅਸੀਂ ਕਿਸਾਨ ਸੰਯੁਕਤ ਮੋਰਚੇ ਨੂੰ ਇੱਕ ਵਾਰ ਇੱਕ ਕਦਮ ਲੈ ਰਹੇ ਹਾਂ ਵਾਪਸ ਕਰ ਲੈ ਕੇ ਜਾਣ ਦਾ, ਕਿਉਂਕਿ ਸਿੰਘੂ ਬਾਰਡਰ ਤੇ ਇਸ ਸਮੇਂ ਆਪਾਂ ਹੋਰ ਵੀ ਬਹੁਤ ਸਾਰੀ ਗੱਲਾਂ ਬਾਤਾਂ ਨੇ ਪਰ ਕਰਨ ਦੀ ਕੋਸ਼ਿਸ਼ ਕਰਾਂਗੇ। ਦੇਖਦੇ ਹਾਂ ਕਿ ਅੱਗੇ ਜਿਹੜੇ ਹੋਰ ਲੋਕ ਮਿਲਦੇ ਨੇ ਉਹਨਾਂ ਕੀ ਵਿਚਾਰ ਨੇ। ਬਾਈ ਸਤਿ ਸ਼੍ਰੀ ਅਕਾਲ ਜੀ। ਜੀ ਕਿਵੇਂ ਜਾ ਰਹੇ ਹੋ? ਹਾਂਜੀ ਜਾ ਰਹੇ ਹਾਂ ਜੀ। ਪੈਕਿੰਗ ਚੱਲ ਰਹੀ ਹੈ, ਕਿੱਥੋਂ ਆਏ ਸੀ ਬਾਈ? ਅੱਜ ਜੀ ਸੌਲੀ ਪਿੰਡਾ ਜੀ, ਨਾਭਾ ਜ਼ਿਲ੍ਹਾ, ਪਟਿਆਲਾ ਜ਼ਿਲ੍ਹਾ ਜੀ। ਅੱਛਾ, ਫਿਰ ਹੁਣ ਜਿਹੜਾ ਜਥੇਬੰਦੀਆਂ ਦੇ ਭਰੋਸਾ ਕਰਕੇ ਜਾ ਰਹੇ ਹੋ, ਪੈਕਿੰਗ ਪੁਕਿੰਗ ਚੱਕੀ ਜਾ ਰਹੇ, ਸਮਾਨ ਸਾਰਾ ਚੱਕੀ ਜਾ ਰਿਹਾ, ਕੀ ਲੱਗਦਾ ਕਿ ਹੁਣ ਸਰਕਾਰ ਆਪਾਂ ਨੂੰ ਜਿਹੜਾ ਕੋਈ ਰਾਹਤ ਦੇਊਗੀ? ਦੇਖੋ ਜੀ, ਹੁਣ ਸਾਨੂੰ ਭਰੋਸਾ ਦਿੱਤਾ ਜੀ, ਹਲੇ ਕੋਈ ਪਤਾ ਨਹੀਂ, ਅਸੀਂ ਫੇਰ ਆ ਜਾਾਂਗੇ। ਅੱਜ ਤਾਂ ਹੁਣ ਤਿਆਰੀ ਬੈਠੇ ਹੋ? ਅੱਜ ਤਾਂ ਫੇਰ ਤਿਆਰੀ ਹੈ ਸਾਡਾ ਕਿ ਜ਼ਿਮੀਦਾਰ ਰੋਟੀ ਆਪ ਫੇਰ ਆ ਜਾਾਂਗੇ। ਪਰ ਗੱਲ ਸੁਣਨ 'ਚ ਇਹ ਆਈ ਹੈ ਨਾ ਵੀ ਜਿਹੜਾ ਹੁਣ ਤੱਕ ਜਿਹੜੀ ਮੀਟਿੰਗ ਦੇ ਵਿੱਚ ਵੀ ਇਹ ਕਿਹਾ ਗਿਆ ਸੈਂਟਰ ਗਵਰਨਮੈਂਟ ਵੱਲੋਂ ਕਿ ਅਸੀਂ ਅਪੀਲ ਕਰਾਂਗੇ ਰਾਜ ਸਰਕਾਰ ਨੂੰ, ਜਿਹੜੇ ਪਰਾਲੀ ਦੇ ਪਰਚੇ ਨੇ ਜਾਂ ਜਿਹੜੇ ਕਿਸਾਨਾਂ ਦੇ ਕਿਸਾਨ ਉਹਦੇ ਵਿੱਚ ਪਰਚੇ ਹੋਏ ਨੇ, ਜਿੰਨੀਆਂ ਵੀ FIR ਦਰਜ ਹੋਈਆਂ ਨੇ, ਉਹ ਅਪੀਲ ਕਰਨਗੇ
ਸਭ ਨੂੰ ਰਾਜ ਸਰਕਾਰ ਮਤਲਬ ਜੇ ਕਹੀਏ ਕੇਂਦਰ ਸਰਕਾਰ ਕਹਿੰਦੀ ਹਾਂ ਕੇਂਦਰ ਦੇਖੋ ਜੀ, ਜਦ ਕੇਂਦਰ ਸਰਕਾਰ ਝਕਾ ਲਈ ਆਪਾਂ ਨੇ, ਹਾਂਜੀ ਰਾਜ ਸਰਕਾਰ ਦੇ ਤਾਂ ਅਸੀਂ ਇੱਕ ਤੇ ਗੋਡਾ 2 ਮਿੰਟ ਧਰ ਲਾਂਗੇ। ਰਾਜ ਸਰਕਾਰ ਨੂੰ ਤਾਂ ਹੱਥ ਨੂੰ ਮਨਾ ਲਾਂਗੇ, ਸਾਰੀਆਂ 32 ਦੇ 32 ਜਥੇਬੰਦੀਆਂ ਇਕੱਠੀਆਂ ਹੋ ਗਏ, ਠੀਕ ਆ ਵੀਰੇ। ਜਾਂ ਆਪਣੇ ਕੇਂਦਰੇ ਚੱਕ ਲਈ। ਨੰਬਰ 2 ਤੇ ਜੇ ਸਾਡੇ ਕੋਈ ਮੰਗ ਮਾੜੀ ਮੋਟੀ ਅਧੂਰੀ ਰਹਿ ਗਈ, ਫਿਰ ਵੀ ਅਸੀਂ ਇਕੱਠੇ ਹਾਂ, ਫਿਰ ਸਾਨੂੰ ਕੋਈ ਵਹਿਮ ਨਹੀਂ। ਜਿਹੜਾ ਜੇ ਰਾਜ ਸਰਕਾਰ ਹੈ ਪੰਜਾਬ ਸਰਕਾਰ ਨੂੰ ਝੁਕਾਉਣ ਦੀ ਗੱਲ ਹੈ ਬਾਈ, ਆਪਣੇ ਜਿਹੜਾ ਸ਼ੁਰੂ ਤੋਂ ਨਾ ਐਮਐਸਪੀ ਨੂੰ ਲੈ ਕੇ ਜਾਂ ਕਿਉਂਕਿ 49 ਸਾਲ ਹੋ ਗਏ 72 ਦੀ ਮੰਗ ਚੱਲ ਰਹੀ ਹੈ, ਚਲੋ ਉਦੋਂ ਪਹਿਲਾਂ ਦੀਆਂ ਰਿਪੋਰਟਾਂ ਦਾ ਸਾਈਡ ਦੀ ਰੱਖ ਦਈਏ ਜੀ ਆਪਾਂ, ਫਿਰ ਉਸ ਤੋਂ ਬਾਅਦ ਬਰਗਾੜੀ ਕਾਂਡ ਜਾਂ ਹੋਰ ਲਾ ਲਓ, ਇਹ ਆਪਾਂ ਨੂੰ ਹਾਂ ਪਰਾਲੀ ਦੇ ਮੁੱਦੇ, ਇਹ ਜਿਹੜੀ ਪੰਜਾਬ ਦੀ ਸਰਕਾਰ ਨੂੰ ਚੰਗੇ ਤਰੀਕੇ ਨਾਲ ਪਤਾ ਵੀ ਜਿਹੜੀ ਕਿਸਾਨ ਉਹਦੀ ਕੀ ਮਜਬੂਰੀ ਨੇ, ਉਹਨੂੰ ਲੱਗਦਾ ਕਿ ਉਹ ਪਹਿਲਾਂ ਨਹੀਂ ਜਦ ਆਪਣਾ ਸਾਥ ਦਿੱਤਾ ਵੀ ਆਪਾਂ ਝੁਕਾਏ ਤੇ ਵੀ ਝੁਕ ਜੂਗੀ। ਜੇ ਸਾਥ ਨਹੀਂ ਦੂ ਵੀਰੇ ਫਿਰ ਜਮਾ ਜ਼ੀਰੋ ਹੋਊਗੀ। ਸਾਥ ਦੇਣ ਦਾ ਉਹਨਾਂ ਦਾ ਫਰਜ਼ ਬਣਦਾ ਸੀ, ਉਹਨਾਂ ਨੂੰ ਵੋਟਾਂ ਪਾਈਆਂ ਨੇ ਤਾਂ ਉਹ ਆਪਣੇ ਕਰਕੇ ਬਣੇ ਨੇ। ਹੁਣ ਕਿਹੜਾ ਸਮਾਂ ਦੂਰ ਆ, 2 ਮਹੀਨੇ ਰਹਿ ਗਏ, ਬਦਲ ਦਾਂਗੇ ਆਪਾਂ। ਕਿਸਾਨ ਜਥੇਬੰਦੀ ਨੂੰ ਵੀ ਇੱਦਾਂ ਹੀ ਕਿਹਾ ਸੀ ਵੀ ਆਪਾਂ ਆਪਣੀ ਚੋਣ ਲੜੋ, ਉਹ ਕਹਿੰਦੇ ਬਿਲਕੁਲ ਨਹੀਂ, ਕਹਿੰਦੇ ਆਪਣੀ ਚੋਣ ਨਹੀਂ ਆਪਾਂ ਨੇ ਲੜਨੀ, ਆਪਾਂ ਕਿਸੇ ਦੀ ਗੱਲ ਫੜਾਂਗੇ। ਜੇ ਆਪਾਂ ਆਪ ਰਾਜਨੀਤੀ 'ਚ ਆ ਗਏ, ਕੱਲ੍ਹ ਨੂੰ ਫਿਰ ਲੋਕ ਕਹਿਣਗੇ ਵੀ ਰਾਜਨੀਤਿਕ ਬਣ ਕੇ ਅੱਡ ਹੋ ਗਏ। ਕੋਈ ਵੀ ਸਰਕਾਰ ਬਣਦੀ ਆ, ਆਪਣੇ ਬੱਤੇ ਜਥੇਬੰਦੀਆਂ ਕਹਿੰਦੇ ਹੁਣ ਤਾਂ ਗੱਲ ਫੜਾਂਗੇ ਜੇ ਆਪਾਂ ਨੂੰ ਕੋਈ ਕਿਸੇ ਨਾਲ ਧੱਕਾ ਹੋਊਗਾ। ਇੱਕ ਆਪਣੇ ਕਿਸਾਨਾਂ ਨਾਲ ਨਹੀਂ, ਸਾਰੇ ਵਰਗਾਂ ਨਾਲ। ਇੱਕ ਪੰਜਾਬ ਦੇ ਜਿੰਨੇ ਵੀ ਆਗੂ ਨੇ ਹਨਾ, ਉਹ ਜਾ ਕੇ ਬੀਜੇਪੀ ਸਰਕਾਰ ਨਾਲ ਰਲ ਜਾਂਦੇ ਨੇ। ਹਾਲਾਂਕਿ ਬੀਜੇਪੀ ਸਰਕਾਰ ਹੀ ਜਿਹੜੇ 3 ਕਾਨੂੰਨ ਲੈ ਕੇ ਆਈ ਸੀ, ਉਹਨਾਂ ਬਾਰੇ ਕੀ ਕਹੋਗੇ ਤੁਸੀਂ? ਚੱਲੇ ਵੇ ਕਾਰਤੂਸ ਰਲਦੇ ਨੇ ਵੀਰੇ, ਜਿਹੜੇ ਆਪਦਾ ਜਿਹਨਾਂ ਨੂੰ ਪਤਾ ਚੱਲੇ ਵੇ ਕਾਰਤੂਸ ਉਹ ਰਲਦੇ ਨੇ। ਹੁਣ ਪਹਿਲਾਂ 4.5 ਸਾਲ ਕੈਪਟਨ ਨੇ ਉਧਰ ਨਜ਼ਰ ਤੇ ਹੁਣ ਚਲੋ ਜੀ ਉਧਰ ਅੱਕ ਗਏ ਵੀਰੇ ਸੁਣ ਕੇ। ਤੁਸੀਂ ਵੀ ਖੁਦ ਅੱਕ ਗਏ ਹੋਵੋਗੇ, ਭੈਣ ਚੋ ਕਿੱਡੇ ਝੂਠੀਆਂ ਗੱਲਾਂ ਇੰਨੀਆਂ। ਪਹਿਲਾਂ ਤਾਂ ਉਹੀ ਬੰਦਾ ਉਹਨੂੰ ਸਰਾਊਗਾ ਵੀ ਉਹੀ ਪਾਰਟੀ 'ਚ ਬਾਦਲ ਆਇਆ, ਉਦੋਂ ਬਾਅਦ ਨਿਕਲ ਕੇ ਬਾਦਲ ਜੰਮੀ, ਫਿਰ 1 ਲੱਖ ਮਾੜਾ ਹੋ ਗਿਆ। ਜਿਹੜੇ ਅਸੀਂ ਧੱਕ ਗਏ ਜੀ ਸੁਣ ਕੇ ਨਾ ਜੇ ਗੱਲਾਂ, ਸਿਆਸਤ ਜੰਮੀ ਗੰਦਲੀ ਹੋ ਗਈ। ਹੁਣ ਬੀਜੇਪੀ ਸਰਕਾਰ ਨੂੰ ਆਪਾਂ ਜੇ ਪੰਜਾਬ 'ਚ ਬਾਈ ਦੇ ਆਉਂਦੀ ਹੈ ਤਾਂ ਆਪਾਂ ਵੋਟਾਂ ਪਾਵਾਂਗੇ? ਨਹੀਂ ਵੀਰੇ ਬਿਲਕੁਲ ਨਹੀਂ, ਭਰੋਸਾ ਉੱਡ ਗਿਆ ਜੀ। ਕਿਉਂ ਨਹੀਂ ਪਾਉਂਦੇ ਬਾਈ? ਭਰੋਸਾ ਉੱਡ ਚੁੱਕਿਆ ਵੀਰੇ, ਬਿਲਕੁਲ ਨਹੀਂ। ਆ ਜਿਹੜਾ 1 ਸਾਲ ਅਸੀਂ ਬਜ਼ੁਰਗ ਸਾਲ ਮੈਂ ਲਗਾਤਾਰ 1 ਵਾਰੀ ਗਿਆ, ਤੇ ਉਹ ਬਜ਼ੁਰਗਾਂ ਮੈਂ ਜਿਹਨੂੰ ਡਾਂਗ ਵੱਜੀ ਸੀ, ਪੂਰੀ ਦੀਵਾਲੀਆਂ ਮਨਾਈਆਂ ਇਹਨਾਂ ਨੇ ਜੀ। ਅੱਛਾ ਹਾਂ ਉਹ ਬਜ਼ੁਰਗਾਂ ਮੈਨੂੰ ਡਾਂਗ ਜਿਹੜੀ ਫੋਟੋ ਵਾਇਰਲ ਹੋਈ ਸੀ, ਇੱਥੇ ਹੀ ਰਹੇ ਆ, ਮਰਨੇ ਜੰਮਣੇ ਸਭ ਛੱਡਤੇ ਆ, ਤੇ ਕਿ ਅਸੀਂ ਭੁੱਲ ਜਾਵਾਂਗੇ? ਹੁਣ ਵੀ ਤਾਂ ਬਾਪੂ ਜੀ ਆਪਾਂ ਭਰੋਸਾ ਕਰਕੇ ਸਮਾਨ ਪੈ ਕੇ ਲੱਗਦਾ ਵੀ ਫਿਰ ਆਪਾਂ ਨੂੰ ਗਵਰਨਮੈਂਟ ਜਿਹੜੀ ਰਾਹਤ ਦੇਊਗੀ ਅੱਗੇ। ਜਿਹੜਾ ਭਰੋਸਾ ਨਾ, ਇਹ ਜਿਹੜੀ ਸਿੱਖ ਕੌਮ ਹੈ ਨਾ, ਇਹ ਬੜੇ ਟਾਈਮ ਦਿੰਦੀ ਹੈ। ਸਹਿਜ ਪੱਕੇ ਸੋ ਮਿੱਠਾ। ਅਸੀਂ ਇਹਨਾਂ ਨੂੰ ਆਨੇ ਆਨੇ ਵੀ ਸਿਆਣੇ ਬਣ ਜਾਓ, ਸਿਆਣੇ ਬਣ ਜਾਓ, ਸਿਆਣੇ। ਹੁਣ ਇੱਕ ਇਹਨਾਂ ਦਾ ਤਵਾਰ ਕਰ ਲਿਆ, ਜੇ ਤਵਾਰ ਤੋਂ ਵੀ ਉਖੜ ਗਏ ਤੇ ਫਿਰ ਸਾਡੇ ਆੜੇ ਜਹਾਜ਼ ਨੇ, ਇਹ ਕਿਤੇ ਚੱਲੇ ਨੇ, ਘਰਾਂ 'ਚ ਖਲੋਤੇ ਹੋਣੇ ਨੇ। ਹਾਂ ਇਹ ਜਹਾਜ਼ ਫੇਰ ਤਿਆਰ ਨੇ। ਸਿੱਖ ਕੌਮ ਦੀ ਗੱਲ ਕੀਤੀ ਹੈ, ਦਿੱਲੀ ਪ੍ਰਬੰਧਕ ਕਮੇਟੀ ਦੇ ਹਨਾ ਆਪਣੇ ਮਨਜਿੰਦਰ ਸਰਸਾ, ਉਹ ਵੀ ਜਾ ਕੇ ਬੀਜੇਪੀ ਨਾਲ ਰਲ ਗਏ। ਉਹਨਾਂ ਬਾਰੇ ਕੀ ਵਿਚਾਰ ਨੇ, ਕੀ ਇੱਕ ਵੀ ਵੋਟ ਮੈਂ ਤਾਂ ਸ਼ਾਇਦ ਉਹਦੀ ਘਰ ਵਾਲੀ ਹੀ ਪਾਵੇ। ਬੀਜੇਪੀ ਨੂੰ ਵੋਟ ਉਹਦੀ ਘਰ ਵਾਲੀ ਪਾਉ ਕੱਲੀ। ਹਾਂ ਸਰਸੇ ਦੀ ਕੋਈ ਵੋਟ ਨਹੀਂ ਪਾਏਗਾ। ਤੇ ਆਹ ਵੇਖੋ ਜਾ ਕੇ ਮੂੰਹ ਤੇ ਕਾਲ, ਇੱਕ ਬੰਦਾ ਇੱਥੇ ਹੀਰੋ ਤੇ ਉਹਨੂੰ ਅਸੀਂ ਸਤਿ ਸ੍ਰੀ ਅਕਾਲ ਸਲੂਟ ਮਾਰੀਏ, ਤੇ ਅੱਜ ਉਹ ਮੂੰਹ ਤੇ ਕਾਲ ਖਮਲੀ ਪਈ ਹੈ। ਮਰ ਨਹੀਂ ਜਾਂਦਾ, ਬਾਕੀ ਨਿਕਰਾਂ ਪਾਤੀਆਂ ਮਰ ਜਾ ਇਸ ਗੱਲ ਨੂੰ। ਹਾਂ ਤੇ ਕੀ ਲੱਗਦਾ ਕਿ ਉਹਨਾਂ ਦੀਆਂ ਜ਼ਮੀਰਾਂ ਮਰ ਗਈਆਂ ਜਾਂ ਫਿਰ ਉਹਨਾਂ ਨੇ ਜਿਹੜਾ ਰਾਜਨੀਤਿਕ ਫੈਸਲਾ ਕਿਤੇ ਨਾ ਕਿਤੇ ਇਹ ਵੀ ਸੁਣਨ ਨੂੰ ਮਿਲ ਰਿਹਾ ਨਾ ਕਿ ਉਹਨੇ 100 ਕੰਮ ਪਿੱਛੇ ਚੰਗੇ ਕਰੇ ਤੇ ਆਪਾਂ ਉਹਨੇ ਪਿੱਛੇ ਉੱਕੜ ਦੇਖ ਲਈਏ ਤਾਂ ਇੱਕ ਗੁਨਾਹ ਕਰ ਲਿਆ ਉਹਨੇ, ਕੋਈ ਵੱਡੀ ਗੱਲ ਨਹੀਂ। ਕਿਤੇ ਇਹ ਸੁਣਨ ਨੂੰ ਮਿਲ ਰਿਹਾ, ਤੁਸੀਂ ਕੀ ਕਹੋਗੇ? ਵੇਖੋ ਜੀ ਇਹ ਹਰ ਥਾਂ ਤੇ ਹੁੰਦਾ, ਜਿਵੇਂ ਪਿੰਡ 'ਚ ਹੀ ਲਾ ਲਓ, ਉਹਨੇ 10 ਗੁਨਾਹ ਕਰ ਲਏ, 10 ਗੁਨਾਹ ਦੇ ਕਰ ਤੇ ਉਹਨੇ ਮਾਫੀ ਮੰਗ ਲਈ ਤੇ ਉਹਨੂੰ ਆਖੀਦਾ ਛੱਡੋ ਪਰ। ਹੁਣ ਮੋਦੀ ਨੇ ਸਾਡੇ ਕੋਲ ਮਾਫੀ ਮੰਗ ਲਈ ਇੱਕ ਵਾਰ, ਤੇ ਅਸੀਂ ਸਾਰੇ ਉਹਦੇ ਕੋਲ ਭੁੱਲ ਗਏ ਆ ਵੀ ਜੋ ਸਾਡੇ ਨਾਲ ਕੁੱਟਿਆ ਮਾਰਿਆ ਡਾਂਗਾ ਮਾਰੀਆਂ। ਹੁਣ ਜਿਹੜੀ ਅਗਲੀ ਸਾਡੀ ਬੱਚਿਆਂ ਦੀ ਬਣੇ ਹੈ ਤੇ ਉਹ ਤਾਂ ਭਿੱਖ ਜਿਹੜਾ ਉਹ ਤਾਂ ਉੱਥੇ ਹੀ ਖੜਾ। ਭੁੱਲਣ ਦੀ ਗੱਲ ਹੈ, ਆਪਾਂ 700 ਕਿਸਾਨ ਵੀ ਭੁੱਲ ਗਏ। ਕਿਸੇ ਸਰਸੇ ਵਾਲੀ ਗੱਲ ਮੈਂ ਕਿਹਾ ਜੇ ਭੁੱਲਣ ਦੀ ਗੱਲ ਕਰੀਏ ਵੀ ਆਪਾਂ ਚਲੋ ਮੋਦੀ ਨੇ ਮਾਫੀ ਮੰਗ ਲਿਆ ਭੁੱਲ ਗਏ, ਕਿ 750 ਕਿਸਾਨ ਵੀ ਭੁੱਲ ਜਾਾਂਗੇ ਆਪਾਂ? ਨਹੀਂ ਹੱਦ ਹੋ ਗਈ, ਅਸੀਂ ਭੁੱਲ ਜੀਏ। ਇਹ ਤਾਂ ਆ ਇੱਥੇ ਲਿਖੀਆਂ ਪਈਆਂ ਨੇ ਮੋਦੀ ਦੀਆਂ ਗੱਲਾਂ, ਇੱਥੋਂ ਆ ਖੱਡ ਜੀ ਨਹੀਂ ਬਣ ਗਈ ਸਾਲ 'ਚ। ਇਹ ਨਹੀਂ ਭਰਨੀ। ਹਾਂ ਸਾਨੂੰ ਖਾੜਕੂ ਕਿਹਾ, ਸਾਨੂੰ ਵੱਖਵਾਦੀ ਕਿਹਾ, ਸਾਨੂੰ ਬਹੁਤ ਕੁਛ ਕਿਹਾ। ਹਾਂ ਤੇ ਕਦੀ ਹਮਲਾ ਇੱਧਰੋਂ ਆ ਗਿਆ ਸਾਡੇ ਦੇ ਉਦਣ 26 27 28 ਤਿੰਨ ਰਾਤਾਂ ਨੂੰ ਅਸੀਂ ਆ ਬੱਚਿਆਂ ਨੂੰ ਇੰਜ ਘੁੱਟ ਕੇ ਰੱਖਿਆ ਵੀ ਤੁਸੀਂ ਨਹੀਂ ਜਾਣਾ, ਸਾਨੂੰ ਜਾਣ ਦਿਓ। ਹਾਂ ਤੇ ਸਾਨੂੰ ਭੁੱਲ ਗਏ ਉਹ ਗੁੰਡੇ। ਹਾਂ ਜਿਹੜੇ ਉਹ ਸਰੀਏ ਗੱਡੇ ਸਾਨੂੰ ਭੁੱਲ ਗਏ ਆ। ਹਾਂ ਸੋ ਤੁਸੀਂ ਖੁਦ ਦੇਖ ਸਕਦੇ ਹੋ ਜਿਹੜਾ ਬਾਬਾ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਇੱਕ ਵਾਰ ਫੇਰ ਤੋਂ ਆਪਾਂ ਜਿਹੜਾ ਸੈਂਟਰ ਗਵਰਨਮੈਂਟ ਤੇ ਇੱਕ ਵਾਰ ਭਰੋਸਾ ਕਰਕੇ ਦੁਬਾਰੇ ਕਿਸਾਨ ਸੰਯੁਕਤ ਮੋਰਚੇ ਨੂੰ ਇੱਕ ਕਦਮ ਚੁੱਕਣ ਲੱਗਿਆ, ਵਾਪਸ ਘਰਾਂ ਵਾਪਸੀ ਲੈ ਕੇ ਜਾਣ ਲੱਗਿਆ। ਤੁਸੀਂ ਕੀ ਕਹੋਗੇ ਇਹਦੇ ਬਾਰੇ? ਜੋ ਕਿ ਐਮਐਸਪੀ ਤੇ ਕਾਨੂੰਨ ਦੀ ਗੱਲ ਹੋਈ ਸੀ, ਹਜੇ ਐਮਐਸਪੀ ਤੇ ਕੋਈ ਗੱਲ ਨਹੀਂ ਹੋਈ ਹੈਗੀ, ਹਜੇ ਪੂਰੀ ਸਪਸ਼ਟੀਕਰਨ ਨਹੀਂ ਹੈਗਾ। ਲੇਕਿਨ ਸੰਯੁਕਤ ਮੋਰਚੇ ਦੀ ਇੱਕ ਸਭ ਤੋਂ ਵੱਡੀ ਗਲਤੀ ਆ ਹੈ ਕਿ ਸੰਗਤ ਇੱਥੇ ਬੈਠੀ ਹੈ, ਸੰਯੁਕਤ ਮੋਰਚੇ ਨੇ ਸਟੇਜ ਪੱਟ ਕੇ ਆਪਣੇ ਘਰਾਂ ਨੂੰ ਅਲਵਿਦਾ ਹੋ ਗਏ ਨੇ।
ਸੰਯੁਕਤ ਮੋਰਚਾ ਅਗਰ ਲੀਡਰਸ਼ਿਪ ਹੁੰਦੀ ਹੈ ਨਾ, ਲੀਡਰਸ਼ਿਪ ਉਹ ਹੁੰਦੀ ਹੈ ਕਿ ਮੋਰਚਾ ਜਿਹੜਾ ਸੰਯੁਕਤ ਮੋਰਚੇ ਦੇ ਜਿਹੜੇ ਲੀਡਰ ਹੁੰਦੇ ਨੇ ਉਹ ਪਿੱਛੇ ਹੁੰਦੇ ਨੇ, ਸੰਗਤ ਅੱਗੇ ਹੁੰਦੀ ਹੈ। ਸੰਗਤ ਅੱਗੇ ਲਾ ਕੇ ਲਿਆਉਣੀ ਚਾਹੀਦੀ ਸੀ, ਕਿਉਂਕਿ ਸੰਗਤ ਉਹਨਾਂ ਨੂੰ ਅੱਗੇ ਲਾ ਕੇ ਲਿਆਈ ਸੀਗੀ, ਇੱਥੋਂ ਤੱਕ ਪਹੁੰਚਾਇਆ ਸੀ ਉਹਨਾਂ ਨੇ, ਤੇ ਹੁਣ ਉਹਨਾਂ ਨੂੰ ਸੰਗਤ ਨੂੰ ਉਹਨਾਂ ਅੱਗੇ ਲਿਜਾ ਕੇ ਲਿਜਾਣਾ ਚਾਹੀਦਾ ਤੇ ਪੰਜਾਬ ਤੱਕ ਆਪਾਂ ਨੂੰ ਨਹੀਂ ਘਰ ਛੱਡਣਾ ਚਾਹੀਦਾ। ਸਭ ਤੋਂ ਵੱਡੀ ਗਲਤੀ ਤੇ ਆਇਆ ਫਸਟ ਨੰਬਰ। ਫਿਰ ਉਹਨਾਂ ਦੀ ਗਲਤੀ ਹੈਗੀ ਸਟੇਜ ਪਟਣਾ। ਹਜੇ ਪੂਰੀ ਸੰਗਤ ਤੁਸੀਂ ਵੇਖਦੇ ਹੋ ਇੱਦਾਂ ਇੱਥੇ ਵੀ ਸਾਡੇ ਗੁਰੂ ਸਾਹਿਬ ਦਾ ਪ੍ਰਕਾਸ਼ ਜੇ ਇੱਥੇ ਹੀ ਹੈਗਾ ਆ, ਮਹਾਰਾਜ ਦਾ ਪ੍ਰਕਾਸ਼ ਉਧਰ ਵੀ ਹੈਗਾ ਆ, ਤੇ ਇਹ ਮਤਲਬ ਕਿ ਲੀਡਰ ਜਿਹੜੇ ਨੇ ਉਹਨਾਂ ਦੇ ਦਿਮਾਗ ਵਿੱਚ ਕੀ ਆਈ, ਰਾਜਨੀਤੀ ਦੇ ਚੱਕਰ ਦੇ ਵਿੱਚ ਇੰਨੀ ਜਲਦੀ ਉਹਨਾਂ ਨੇ ਮੋਰਚਾ ਪੱਟ ਕੇ ਤੇ ਪੰਜਾਬ ਨੂੰ ਵੀ ਪਹੁੰਚ ਗਏ, ਹਰਿਆਣੇ ਨੂੰ ਵੀ ਪਹੁੰਚ ਗਏ, ਯੂਪੀ ਨੂੰ ਵੀ ਪਹੁੰਚ ਗਏ, ਰਾਜਸਥਾਨ ਨੂੰ ਵੀ ਪਹੁੰਚ ਗਏ। ਇਹ ਕਿੱਧਰ ਦਾ ਕਾਨੂੰਨ ਹੈਗਾ? ਸਾਡੇ ਨੌਜਵਾਨਾਂ ਦਾ ਕਤਲੇਆਮ ਕਰਵਾ ਕੇ, ਸਾਡੇ ਜੋ ਨੌਜਵਾਨ ਭਰਾ ਨੇ ਉਹਨਾਂ ਦੀ ਸ਼ਹਾਦਤਾਂ ਕਰਾ ਕੇ ਉਹਨਾਂ ਨੇ ਆਪਣੇ ਖੂਨ ਦੇ ਨਾਲ ਇਹ ਕਾਨੂੰਨ ਵਾਪਸ ਕੀਤੇ ਨੇ। ਨਾ ਕਿ ਕਿਸੇ ਇੱਕ ਬੰਦੇ ਦੀ ਲੜਾਈ ਨਹੀਂ ਸੀ, ਨਾ ਹੀ ਲੀਡਰਾਂ ਨੇ ਕੀਤੇ ਨੇ, ਨਾ ਹੀ ਕਾਮਰੇਡਾਂ ਨੇ, ਕਿਸੇ ਨੇ ਨਹੀਂ ਕੀਤੇ ਹੈਗੇ, ਲੇਕਿਨ ਇਹ ਸਭ ਦੀ ਸਾਂਝੀ ਲੜਾਈ ਸੀ। ਪਰ ਸਭ ਤੋਂ ਵੱਡਾ ਰੋਸ਼ ਹੈ ਸਾਡੇ ਵੀਰ ਹਜੇ ਭੁੱਖ ਹੜਤਾਲ ਤੇ ਉੱਥੇ ਬੈਠੇ ਨੇ, ਉਹਨਾਂ ਦੀ ਹਜੇ ਭੁੱਖ ਹੜਤਾਲ ਤੋੜੀ ਵੀ ਨਹੀਂ ਹੈਗੀ, ਤੇ ਇਹ ਸਿੱਧਾ ਪਹਿਲਾਂ ਪੰਜਾਬ ਜਾ ਕੇ ਬਹਿ ਗਏ ਨੇ। ਕੀ ਗੱਲ ਸਾਡਾ ਅਧਿਕਾਰ ਜਿੱਥੇ 1.5 ਸਾਲ ਤੋਂ ਅਸੀਂ ਬੈਠੇ ਸੀਗੇ, ਕੀ 15 ਦਿਨ ਹੋਰ ਨਹੀਂ ਬਹਿ ਸਕਦੇ ਸੀਗੇ? ਤੇ ਬੜੀ ਸ਼ਰਮਨਾਕ ਹੈਗੀ ਆ। ਅਸੀਂ ਤੇ ਆਪਣੇ ਘਰ ਠੀਕ ਠਾਕ ਪਹੁੰਚ ਜਾਾਂਗੇ, ਪਰ ਜਿਨ੍ਹਾਂ ਦੀਆਂ ਸ਼ਹਾਦਤਾਂ ਹੋ ਗਈਆਂ ਨੇ ਉਹਨਾਂ ਦੇ ਮਾਪੇ ਕੀ ਕਹਿਣਗੇ ਕਿ ਸਾਡੇ ਤੇ ਪੁੱਤ ਆਏ ਹੀ ਨਹੀਂ ਮੁੜ ਕੇ, ਸਾਡੇ ਤੇ ਭੈਣਾਂ ਭਰਾ ਆਏ ਹੀ ਨਹੀਂ ਮੁੜ ਕੇ। 5-4 ਦਿਨਾਂ ਤੋਂ ਲਗਾਤਾਰ ਉਹ ਹਰਿਆਣੇ ਦੇ ਵੀਰ ਤੇ ਪੰਜਾਬ ਦੇ ਵੀਰ ਵੀ ਨੇ ਕੁਝ ਉਹਨਾਂ ਦੇ ਵਿੱਚ ਉਹ ਭੁੱਖ ਹੜਤਾਲ ਤੇ ਹਾਲੇ ਤੱਕ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਜਿਹੜੇ ਸਾਡੇ ਕਿਸਾਨ ਆਗੂ ਨੇ ਸਾਨੂੰ ਉਹੀ ਨਹੀਂ ਪੁੱਛ ਰਹੇ। ਮਤਲਬ ਆਪਾਂ ਕੀ ਕਹਿਣਾ ਸੋਚਾਂਗੇ ਕਿ ਆਪਣੇ ਜਿਹੜੇ ਕਿਸਾਨ ਆਗੂ ਨੇ ਕਿ ਜਿਹੜੀ ਗੱਲ ਸੁਣਨ ਦੇ ਵਿੱਚ ਆ ਰਹੀ ਹੈ ਕਿ ਇਲੈਕਸ਼ਨਾਂ ਦਾ ਟਾਈਮ ਹੈ, ਇਲੈਕਸ਼ਨਾਂ ਦਾ ਟਾਈਮ ਸਮਝੌਤਾ, ਕੋਈ ਸਮਝੌਤੇ ਦੀ ਗੱਲਬਾਤ ਸਮਝ ਰਹੇ, ਕੋਈ ਇਦਾਂ ਦੇ ਕੋਈ ਵਿਚਾਰ ਨੇ ਤੁਹਾਡੇ? ਦੇਖੋ ਜੀ, ਕਿਸੇ ਤੇ ਟਰਸਟ ਕਰਨਾ ਕੋਈ ਗੱਲਬਾਤ ਹੀ ਨਹੀਂ ਹੈਗੀ, ਕਿਉਂਕਿ ਅਸੀਂ ਉਹਨਾਂ ਤੇ ਟਰਸਟ ਕਰੀਏ ਕਿਸਾਨ ਆਗੂਆਂ ਤੇ। ਪੈਸਾ ਕਿਸੇ ਨੂੰ ਕੁਛ ਨਾ, ਕਿਉਂਕਿ ਰਾਜਨੀਤੀ ਸਾਰਾ ਪ੍ਰੋਪਗੈਂਡਾ ਹੈ, ਲਿਖਤ ਰੂਪ ਚ ਦੇਤਾ। ਜੇ ਅਸੀਂ ਗੱਲਬਾਤ ਕਰਾਂਗੇ, ਇਹਨੂੰ ਸਾਂਝੀ ਰੱਖਾਂਗੇ, ਕਰਾਂਗੇ ਹੈ ਨਾ, ਕਰਾਂਗੇ, ਕੀਤੀ ਨਹੀਂ ਉਹਦੇ ਬਾਰੇ ਨਹੀਂ, ਬਸ ਕੀਤੀ ਨਹੀਂ। ਉਹਨਾਂ ਤੇ ਝੁੱਗਾ ਚੁੱਕਣ ਦੀ ਕੋਸ਼ਿਸ਼ ਕੀਤੀ ਤੇ ਜਿਹੜਾ ਇੱਥੋਂ ਤੱਕ ਅੰਦੋਲਨ ਨੌਜਵਾਨ ਲੜ ਰਹੇ ਸੀ ਨਾ, ਨੌਜਵਾਨਾਂ ਦੇ ਡਰ ਕਰਕੇ ਹੀ ਲੀਡਰ ਇੱਥੇ ਬੈਠੇ ਸੀ। ਉਹਨਾਂ ਨੂੰ ਪਤਾ ਸੀ ਜੇ ਅਸੀਂ ਵਾਪਸ ਜਾਵਾਂਗੇ ਸਾਨੂੰ ਮਾਰ ਦੇਣਗੇ, ਸਾਨੂੰ ਛੱਡਣਾ ਨਹੀਂਗਾ, ਉਹਨਾਂ ਦੇ ਡਰ ਕਰਕੇ ਇੱਥੇ ਬੈਠੇ ਸੀਗੇ। ਲੇਕਿਨ ਆਪ ਖੁਦ ਇੱਕ ਪੱਤਰਕਾਰ ਹੋ, ਐਜੂਕੇਟਡ ਦਾ ਧੰਨਵਾਦ ਹੈ ਤੁਹਾਡਾ ਕਿ ਤੁਸੀਂ ਪੂਰੇ ਦੇਸ਼ ਆਲ ਵਰਲਡ ਦੇ ਵਿੱਚ ਸਾਡੀ ਆਵਾਜ਼ ਪਹੁੰਚਾਈ। ਕਿਤੇ ਸਾਨੂੰ ਲੋਕ ਕੋਈ ਮੀਡੀਆ ਵਾਲਾ ਤਾਂ ਅੱਤਵਾਦੀ, ਕੋਈ ਖਾਲਿਸਤਾਨੀ, ਕੋਈ ਕੁਛ ਕਹਿੰਦਾ ਸੀ, ਉਪਦਰਵੀ ਕਹਿੰਦਾ ਸੀ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਬਾਕੀ ਆਪ ਸਭ ਦੱਸ ਦਈਏ ਕਿ ਨੈਸ਼ਨਲ ਮੀਡੀਆ ਸੀ, ਪੰਜਾਬ ਦਾ ਮੀਡੀਆ ਕਦੇ ਵੀ ਕੋਈ ਵੀ ਮੀਡੀਆ ਪੰਜਾਬ ਦੇ ਮੀਡੀਆ ਵੱਲੋਂ ਇਹ ਜਿਹੀ ਕੋਈ ਸ਼ਿਕਾਇਤ ਨਾ ਆਈ ਹੈ, ਨਾ ਆਉਣੀ ਹੈ ਨਾ। ਪਰ ਬਾਬਾ ਜੀ ਗੱਲ ਕੀਤੀ ਜਾਵੇ ਉਹਨਾਂ ਵੀਰਾਂ ਦੀ, ਉਹ ਹਜੇ ਤੱਕ ਉੱਠਣ ਦਾ ਨਾਂ ਨਹੀਂ ਲੈ ਰਹੇ। ਪਰ ਜਿਹੜੀ ਗੱਲ ਉਹ ਕਹਿ ਰਹੇ ਨੇ ਕਿ ਅਸੀਂ ਬੈਠੇ ਹਾਂ ਲਗਾਤਾਰ। ਜੇਕਰ ਆਪਣਾ ਇੱਥੋਂ ਸੰਯੁਕਤ ਮੋਰਚੇ ਜਿਹੜੇ ਕਿਸਾਨ ਨੇ ਆਪਣੇ ਪੰਜਾਬ ਦੇ, ਹਰਿਆਣੇ ਦੇ, ਉਹ ਚਲੇ ਜਾਣਗੇ, ਆਖਿਰ ਜੋ ਉਹਨਾਂ ਦਾ ਇੱਕ ਜਿਹੜਾ ਉੱਥੇ ਸੰਘਰਸ਼ ਚੱਲ ਰਿਹਾ ਉਹ ਚੱਲਦਾ ਰਹੂ, ਉਹਨਾਂ ਨਾਲ ਕੋਈ ਜੁੜੂ ਜਾਂ ਫਿਰ ਕਿ ਸਾਰੇ ਘਰਾਂ ਨੂੰ ਚਲੇ ਜਾਣਗੇ? ਜੀ ਵੇਖੋ, ਫਿਰ ਸਾਡੇ ਵਾਸਤੇ ਅਗਰ ਉਹਨਾਂ ਦੇ ਅੱਜ ਤਰਲੇ ਮਿੰਟ ਤੇ ਕਰਾਂਗੇ, ਨਿਹੰਗ ਜਥੇਬੰਦੀਆਂ ਨਾਲ ਗੱਲਬਾਤ ਮੇਰੀ ਹੁਣੀ ਹੋਈ ਹੈ। ਮੈਂ ਬਾਬਾ ਜੀ ਨੂੰ ਰਾਜਾ ਰਾਮ ਨੂੰ ਵੀ ਕਿਹਾ, ਕੁਲਵਿੰਦਰ ਸਿੰਘ ਬਾਬਾ ਜੀ ਨੂੰ ਵੀ ਕਿਹਾ ਵੀ ਇਹਨਾਂ ਨੂੰ ਮਨਾਈਏ, ਇਹਨਾਂ ਦਾ ਅਨਸ਼ਨ ਤੋੜ ਕੇ ਆਪਾਂ ਇਹਨਾਂ ਨੂੰ ਘਰ ਲੈ ਕੇ ਚੱਲੀਏ। ਲੇਕਿਨ ਜੋ ਮੰਨ ਜਾਣਗੇ ਤਾਂ ਵੀ 7 ਬਚਣ, ਅਗਰ ਜੇ ਨਾ ਮੰਨਣਗੇ ਫਿਰ ਸਾਡੇ ਵਾਸਤੇ ਵੀ ਮਜਬੂਰੀ ਆ। ਅਸੀਂ ਪਾਲਕੀ ਸਾਹਿਬ ਅਰਦਾਸ ਕਰਵਾ ਕੇ ਫਿਰ ਇਹਨਾਂ ਦੇ ਹੱਕ ਵਿੱਚ ਜ਼ਰੂਰ ਉਤਰਾਂਗੇ। ਪੁੱਛਣਾ, ਸਾਡੇ ਜਿਹੜੇ ਸਿੱਖ ਆਗੂ ਸੀਗੇ, ਸਾਡੇ ਜਿਹੜੇ ਦਿੱਲੀ ਦੇ ਪ੍ਰਬੰਧਕ ਕਮੇਟੀ ਦੇ ਜਿਹੜੇ ਆਗੂ ਸੀਗੇ ਮਨਜਿੰਦਰ ਸਿੰਘ ਸਰਸਾ ਜੀ, ਉਹ ਵੀ ਛੱਡ ਕੇ ਬੀਜੇਪੀ ਦੇ ਵਿੱਚ ਜੁਆਇਨ ਕਰਕੇ, ਉਹਨਾਂ ਬਾਰੇ ਕੀ ਕਹਿਣਾ? ਕਿਉਂਕਿ ਉਹ ਰਲ ਗਏ ਨੇ ਹੁਣ ਉਹਨਾਂ ਨਾਲ। ਪਹਿਲਾਂ ਉਹਨਾਂ ਨੇ ਚਲੋ ਕਿਤੇ ਨਾ ਕਿਤੇ ਚੰਗੇ ਕੰਮ ਕੀਤੇ, ਕਿਤੇ ਕੋਈ ਗੱਲਬਾਤ ਹੋ ਜਾਂਦੀ ਸੀ, ਕਿਸਾਨ ਸੰਯੁਕਤ ਮੋਰਚੇ ਨਾਲ ਜੁੜੇ ਰਹੇ, ਫਿਰ ਹੁਣ ਉਹ ਇਲੈਕਸ਼ਨਾਂ ਟਾਈਮ ਉੱਧਰ ਜੁੜ ਗਏ ਨੇ ਜਾ ਕੇ। ਉਹਨਾਂ ਬਾਰੇ ਕੀ ਕਹੋਗੇ? ਉਹਨਾਂ ਬਾਰੇ ਤੇ ਆਪਾਂ ਸਪਸ਼ਟੀਕਰਨ ਸਿੱਧੇ ਦਿੰਦੇ ਆ। ਠੀਕ ਹੈ ਜੀ, ਜਿਹੜਾ ਬੰਦਾ ਇੰਨੀ ਦਿਲੋਂ ਸੇਵਾ ਕਿਸਾਨ ਅੰਦੋਲਨ ਦੇ ਵਿੱਚ ਕਰ ਰਿਹਾ ਸੀ, ਇੱਕ ਪਾਸੇ ਤੇ ਤੁਹਾਨੂੰ ਪਤਾ ਹੈ ਕਿ ਅੰਦਰ ਜਾਣ ਦੀ ਫਾਈਲ ਪਈ ਸੀ, ਤੇ ਇੱਕ ਪਾਸੇ ਫੁੱਲ ਦਾ ਉਹ ਪਿਆ ਸਾਫਾ ਪਿਆ ਸੀਗਾ, ਤੇ ਉਹਨਾਂ ਨੇ ਹੁਣ ਸਰਕਾਰ ਨੇ ਕਹਿਤਾ ਵੀ ਇੱਕ ਚੀਜ਼ ਚੁਣ ਲੈ, ਜਾਂ ਤਾਂ ਫਾਈਲ ਚੁਣ ਲੈ ਤੇ ਜਾਂ ਫਿਰ ਸਾਫਾ ਚੁਣ ਲੈ। ਉਹਨਾਂ ਫਿਰ ਕਿਹਾ ਵੀ ਹੁਣ ਕੀ ਕਰ ਸਕਦਾ ਹੈ, ਹੁਣ ਸਾਫਾ ਹੀ ਚੁਣਨਾ ਪੈਣਾ ਹੈ, ਚਾਹੇ ਜੋ ਮਰਜ਼ੀ। ਉਹਨੇ ਸਾਫਾ ਚੁਣ ਲਿਆ। ਆਪਣੀ ਕੌਮ ਦੇ ਉੱਤੇ ਉਹਨਾਂ ਨੂੰ ਸਾਫੇ ਚੋ ਜਾਂ ਫੁੱਲਾਂ ਵਾਲਾ ਹਾਰ ਵਧੀਆ ਲੱਗਿਆ? ਵਧੀਆ ਤਾਂ ਨਹੀਂ ਲੱਗਾ, ਸਾਨੂੰ ਤਾਂ ਵਧੀਆ ਨਹੀਂ ਲੱਗਾ, ਲੇਕਿਨ ਉਹਨਾਂ ਦੀ ਆਪਣੀ ਸੋਚ ਸੀਗੀ। ਇੱਕ ਗੁਰੂ ਦੇ ਇੱਕ ਸਿੱਖ ਗੁਰੂ ਦੇ ਬੱਚੇ ਹੋ ਕੇ ਐਵੇਂ ਹਾਰ ਮੰਨ ਲੈਣੀ, ਮੈਂ ਤਾਂ ਕੁਝ ਨਹੀਂ ਮੰਨਦਾ ਕਿ ਉਹ ਸਿੱਖ ਹੋਏਗਾ। ਲੇਕਿਨ ਸਾਨੂੰ ਜ਼ੋਰ ਜ਼ਬਰਦਸਤੀ ਟੱਕਰ ਦੇ ਵਿੱਚ ਐਵੇਂ ਹੀ ਸੰਘਰਸ਼ ਕਰਦੇ ਰਹਿਣਾ ਚਾਹੀਦਾ ਹੈ। ਸੋ ਸਿੱਖ ਜਥੇਬੰਦੀਆਂ ਜਾਂ ਕਿਸਾਨ ਆਗੂਆਂ ਨੇ ਜਿਹੜੀ ਹੁਣ ਤੱਕ ਦੇ ਫੈਸਲੇ ਨੂੰ ਲੈ ਕੇ ਗੱਲਬਾਤ ਕੀਤੀ ਜਾ ਰਹੀ ਸਾਹਮਣੇ ਆ ਰਹੀ ਹੈ। ਕਿਤੇ ਨਾ ਕਿਤੇ ਜਿਹੜੇ ਕਿਸਾਨ ਨੇ ਉਹ ਫਿਰ ਵੀ ਹਾਲੇ ਵੀ ਜਿਹੜਾ ਸੰਯੁਕਤ ਮੋਰਚੇ ਦੇ ਵਿੱਚ ਜੁੜੇ ਹੋਏ ਨੇ, ਉਹ ਨਹੀਂ ਚਾਰ ਛੱਡਣ ਦੀ ਜਿਹੜੀ ਗੱਲਬਾਤ ਸਾਹਮਣੇ ਆ ਰਹੀ, ਕਿਉਂਕਿ ਹਜੇ ਵੀ ਹਰਿਆਣੇ ਦੇ ਕੁਝ ਵੀਰ MSP ਨੂੰ ਲੈ ਕੇ ਲਗਾਤਾਰ ਧਰਨੇ ਦੇ ਵਿੱਚ ਬੈਠੇ ਹੋਏ ਨੇ। ਦੇਖਣਾ ਹੁਣ ਇਹ ਹੈ ਕਿ ਆਖਿਰ ਉਹ ਧਰਨਾ ਕਿੱਥੇ ਤੱਕ ਜਾਂਦਾ ਹੈ, ਜਾਂ ਫਿਰ ਇੱਥੇ ਹੀ 11 ਤਰੀਕ ਤੋਂ ਬਾਅਦ ਸਮਾਪਤ ਹੋ ਜਾਏਗਾ। ਇੱਦਾਂ ਦੀ ਕੋਈ ਹੋਰ ਵੀ ਅਪਡੇਟ ਮਿਲਦੀ ਰਹੀ ਤਾਂ ਅਸੀਂ ਤੁਹਾਨੂੰ ਦਿੰਦੇ ਰਹਾਂਗੇ। ਮੈਂ ਜਸਪ੍ਰੀਤ, ਕੈਮਰਾਮੈਨ ਉਪਨੀਤ ਦੇ ਨਾਲ, ਦੇਖਦੇ ਰਹੋ ਸਕਰੋਲ ਪੰਜਾਬ।